ਬਾਬਾ ਦੀਪ ਸਿੰਘ ਪਬਲਿਕ ਸਕੂਲ ਬੇਗੇਪੁਰ ਦੇ YouTube ਚੈਨਲ ਤੇ ਆਪ ਜੀ ਦਾ ਸਵਾਗਤ ਹੈ। ਸੋ ਜਿਹੜਾ ਅਸੀਂ ਪਿਛਲੇ ਵੀਡੀਓ ਲੈਕਚਰ ਦੇ ਵਿੱਚ ਲੈਸਨ ਸਟੱਡੀ ਕੀਤਾ ਸੀ, ਵੇਅਰ ਇਜ਼ ਸਾਇੰਸ ਟੇਕਿੰਗ ਅਸ, ਉਸ ਲੈਸਨ ਦੇ ਅੱਜ ਅਸੀਂ ਨੈਕਸਟ ਪਾਰਟ ਜਿਹੜਾ ਐਕਸਰਸਾਈਜ਼ ਆ ਉਹ ਕਰਾਂਗੇ। ਆਪਾਂ ਰਲ ਮਿਲ ਕੇ ਸਾਰੇ ਐਕਸਰਸਾਈਜ਼ ਕਰਾਂਗੇ ਤਾਂ ਜੋ ਬੱਚਿਆਂ ਨੂੰ ਨਾਲ ਦੀ ਨਾਲ ਹੀ ਜਿਹੜੀ ਉਹ ਐਕਸਰਸਾਈਜ਼ ਕਰਨ ਦਾ ਪਤਾ ਲੱਗਦਾ ਜਾਵੇ। ਸੋ ਵੀਡੀਓ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ। ਵੀਡੀਓ ਨੂੰ ਸਾਰੀ ਨੂੰ ਲਾਸਟ ਤੱਕ ਵੇਖਿਓ। ਅਗਰ ਵੀਡੀਓ ਚੰਗੀ ਲੱਗੇ, ਵਧੀਆ ਲੱਗੇ, ਲਾਈਕ ਦਾ ਬਟਨ ਨੱਪਿਓ ਤੇ ਨਾਲ ਹੀ ਸ਼ੇਅਰ ਵੀ ਜ਼ਰੂਰ ਕਰਿਓ। ਸੋ ਸਟਾਰਟ ਕਰਦੇ ਹਾਂ ਲੈਕਚਰ ਦੇ ਐਕਸਰਸਾਈਜ਼ ਪਾਰਟ ਜਿਹੜਾ ਵਾ ਆਪਾਂ ਲੈਸਨ ਕਰ ਰਹੇ ਸੀ 9th ਐਂਡ 10th ਕਲਾਸ ਦਾ, ਵੇਅਰ ਇਜ਼ ਸਾਇੰਸ ਟੇਕਿੰਗ ਅਸ। ਸੋ ਉਸ ਲੈਸਨ ਦੀ ਨੈਕਸਟ ਜਿਹੜੀ ਐਕਸਰਸਾਈਜ਼ ਆ ਉਹ ਆਪਾਂ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਵਰਡ ਮੀਨਿੰਗ ਐਂਡ ਦਾ ਯੂਜ਼ ਆਫ ਦੇਅਰ ਵਰਡਸ ਇਨ ਸੈਂਟੈਂਸਿਸ। ਸੋ ਫਸਟ ਵਰਡ ਇਜ਼ ਫਲਾਉਂਡਰਿੰਗ। ਦਿਸ ਇਜ਼ ਵਰਬ। ਫਲਾਉਂਡਰਿੰਗ ਦਾ ਮਤਲਬ ਹੁੰਦਾ ਕੁਛ ਕਹਿਣ ਲਈ ਛਟਪਟਾਉਣਾ, ਕੋਸ਼ਿਸ਼ ਕਰਨੀ, ਸਟਰਗਲ ਕਰਨਾ। When he was asked difficult questions at the interview, he began to flounder helplessly. Next है forbearance, जरना, सहन शक्ति, बर्दाश्त करना। Being patient and sympathetic, हमदर्दी पूर्वक बनना किसी प्रति ਜਾਂ ਕਿਸੇ ਚੀਜ਼ ਨੂੰ ਸਹਿਣ ਕਰਨਾ। I thanked him for his forbearance. ਨੈਕਸਟ ਹੈ vicissitude, ਜਿਹੜੀ ਹਾਲਾਤਾਂ ਦੇ ਵਿੱਚ ਉਤਰਾਵ ਚੜਾਵ ਆਉਂਦੇ ਨੇ, ਬਦਲਾਵ ਆਉਂਦੇ ਨੇ। change in circumstances, we all have to go through all the vicissitudes of our lives. Intriguing, unusual but interesting. Secret and suspicious, ਕੋਈ ਇਹੋ ਜਿਹੀ ਗੱਲ ਜਿਹੜੀ ਆਮ ਗੱਲ ਨਹੀਂ ਗੀ, ਖਾਸ ਗੱਲ ਆ ਬਟ ਇੰਟਰਸਟਿੰਗ ਆ, ਸੀਕਰੇਟ ਆ, ਸਸਪੀਸ਼ੀਅਸ ਆ, ਰਹੱਸਮਈ ਆ। The expedition to the Mars has raised intriguing questions. So these were the sentences in which we have used the difficult words of this lesson. So next we are going to do another part of the exercise, that is, you can see there are some words given in 3 columns: A column, B column and C column. But B column is empty. Words are given A column and C column. ਸੋ ਸਟੂਡੈਂਟਸ, ਜਿਹੜੇ ਵਰਡਸ ਦਿੱਤੇ ਗਏ ਨੇ A ਕਾਲਮ ਦੇ ਵਿੱਚ, ਇਹਨਾਂ ਦੇ ਸਿਨੋਨਿਮਸ ਨੇ ਜਿਹੜੇ B ਕਾਲਮ ਦੇ ਵਿੱਚ ਅਸੀਂ ਫਿਲ ਕਰਨੇ ਆ ਲੱਭ ਕੇ, ਪਰੰਤੂ ਉਹ ਸਿਨੋਨਿਮਸ ਕਿਹੜੇ ਹੋਣੇ ਚਾਹੀਦੇ ਆ ਜਿਵੇਂ ਦੇ C ਕਾਲਮ ਦੇ ਵਿੱਚ ਵਰਡ ਦਿੱਤੇ ਆ, ਇਸ ਵਰਡਸ ਇਸ ਤਰ੍ਹਾਂ ਦੀ ਉਹਨਾਂ ਦੀ ਸਾਊਂਡ ਹੋਣੀ ਚਾਹੀਦੀ ਹੈ। ਸੋ ਇੱਕ ਕਿਸਮ ਦਾ ਮੈਂ ਸਮਝਦਾ ਇਹਨਾਂ ਨੇ ਸਾਨੂੰ ਇੱਕ ਹਿੰਟ ਦੇ ਦਿੱਤਾ ਸਿਨੋਨਿਮਸ ਲੱਭਣ ਦਾ। ਜਿਹੜੇ C ਕਾਲਮ ਤੁਸੀਂ ਦੇਖ ਰਹੇ ਹੋ, ਇਹਦੇ ਵਿੱਚ ਜਿਹੜੇ ਵਰਡਸ ਨੇ ਇਹਨਾਂ ਦਾ A ਕਾਲਮ ਨਾਲ ਕੋਈ ਰਿਸ਼ਤਾ ਨਹੀਂ। ਹਾਂ, ਇਹਨਾਂ ਦਾ B ਕਾਲਮ ਨਾਲ ਜ਼ਰੂਰ ਰਿਸ਼ਤਾ ਕਿ ਇਹਦੀ C ਦੀ ਤੇ B ਦੀ ਜਿਹੜੀ ਸਾਊਂਡ ਜਿਹੜੀ ਉਹ ਸੇਮ ਹੋਏਗੀ, ਪਰੰਤੂ ਜਿਹੜੇ ਮੀਨਿੰਗ ਨੇ ਉਹ B ਦੇ ਤੇ A ਦੇ ਸੇਮ ਹੋਣਗੇ। ਸੋ ਆਪਾਂ ਸਟਾਰਟ ਕਰਦੇ ਹਾਂ, ਦੇਖਦੇ ਹਾਂ ਕਿਵੇਂ ਇਹਨੂੰ ਆਪਾਂ ਕਰਨਾ। ਜਿਵੇਂ ਫਰੀ, ਰੇਜ। ਫਰੀ ਦਾ ਮੀਨਿੰਗ ਤੇ ਰੇਜ ਦਾ ਮੀਨਿੰਗ ਇੱਕੋ ਹੀ ਆ, ਬਹੁਤ ਜ਼ਿਆਦਾ ਗੁੱਸਾ, ਇੰਤਹਾ ਬੇਤਹਾਸ਼ਾ ਗੁੱਸਾ। ਜਦ ਕਿ ਮੀਨਿੰਗ A ਦੇ ਤੇ B ਦੇ ਸੇਮ ਨੇ, ਪਰੰਤੂ ਜਿਹੜੀ ਸਾਊਂਡ ਆ ਉਹ B ਤੇ C ਦੀ ਸੇਮ। ਸੋ ਅਸੀਂ ਸਾਊਂਡ ਤੋਂ ਹੀ ਅੰਦਾਜ਼ਾ ਲਾਉਣਾ ਕਿ B ਦੇ ਵਿੱਚ ਕਿਹੜਾ ਵਰਡ ਆਏਗਾ। ਸੋ ਲੈਟ ਅਸ ਸਟਾਰਟ ਦਾ ਐਕਸਰਸਾਈਜ਼। ਬਿਗੈਨ, ਇਹਦੀ ਉਹਨਾਂ ਦੱਸਿਆ ਪਾਰਟਡ, ਇਹਦਾ ਮਤਲਬ ਬਿਗੈਨ ਸਟਾਰਟ ਕੀਤਾ। ਸੋ ਇੱਥੇ ਆਏਗਾ ਸਟਾਰਟਡ, ਸਟਾਰਟਡ, STARTED, ਸਟਾਰਟਡ। ਯੈਸ। ਕੌਨਸੀਕੁਐਂਸ ਹੁੰਦੇ ਸਿੱਟੇ, ਉਹਨਾਂ ਸਾਨੂੰ ਦਿੱਤਾ ਇਹਦਾ ਸਾਊਂਡ ਦੇ ਦਿੱਤੀ ਇਨਸਰਟ। ਸੋ ਅਸੀਂ ਇੱਥੇ ਇਹਦਾ ਲੱਭਾਂਗੇ, ਬਣਾਵਾਂਗੇ
कॉन्सिक्वेंस का जोड़ा सिनोनिम है दैट इज रिजल्ट। रिजल्ट कॉन्क्वेस्ट हिस्ट्री, हिस्ट्री कॉन्क्वेस्ट जित, ये मतलब हिस्ट्री वर्गी की बनी विक्ट्री। विक्ट्री एथिकल दा देता इन्होंने ओरल, नैतिक दैट इज मॉरल। ओरल तो मॉरल, हिस्ट्री तो विक्ट्री सेम साउंड। अपरेंट स्पष्ट, टेडियस इसका मतलब ऑब्वियस, ऑब्वियस। So sound is given, but we have to find the words having same meanings of the words given in column A. Tolerate, tear. So that is beer. Beer and tolerate having same meanings. Charity, nation. Charity the सिनोनिम है डोनेशन, जोड़ा नेशन वर्गा लगता साउंड वो डोनेशन। सफिशेंट, इनफ, रफ, रफ देता, इनफ असी आप लभ लिया। ENOUGH इनफ। अबॉलिश किसी चीज़ को खत्म करना, मैंड यदा मतलब खत्म करना कहता एंड, जोड़ा कि आप इस लैसन का अजे नहीं कर रहे, थोड़े टाइम तक करांगे एंड। सो 10 वर्ड्स जोड़े सानू दिते गए थे, 10 असी होर फाइंड कर लिए। यदा मतलब साड़ी वोकैबलरी के जोड़े हम 20 वर्ड्स जोड़े नवे आ गए ने। सो इन्हों असी नोट भी करना, याद भी करना, अपने अपने सेंटेंसेस के यूज़ भी करना। सो नैक्सट है मैच द वर्ड्स गिवन अंडर कॉलम ए विद देयर एंटोनिम्स अंडर कॉलम बी। कॉलम ए दे विच जिहड़े वर्ड्स दिते ने उन्हां दे एंटोनिम्स दिते ने बी कॉलम दे विच। सो वी हैव टू फाइंड द एंटोनिम्स ऑफ द वर्ड्स विच आर गिवन इन कॉलम ए एंड we have to match these words with column B. column A ਦੇ ਜਿਹੜੇ words ਨੇ ਉਹਨੂੰ column B ਦੇ ਨਾਲ ਚੂਜ਼ ਕਰਨਾ, ਮੈਚ ਕਰਨਾ। ਮਟੀਰੀਅਲ ਮੈਂ ਇਹਦੇ ਸਭ ਤੋਂ ਪਹਿਲਾਂ ਮਾਰਕਿੰਗ ਕਰਦੇ ਹਾਂ 1 2 3 4 5 6 7 8 9 10 and 11. So these are the words. First है material. Material का उल्ट की होएगा, that is spiritual. जिवें आप लैसन च पढ़िया ना, मटीरियल एंड नॉन मटीरियल, जिहड़ियां नॉन मटीरियल होंदियां ने वो स्पिरिचुअल होंदियां ने। बाकी संसार सारा कुछ ही मटीरियल आ सवाए स्पिरिचुअल तो। फॉरवर्ड, बैकवर्ड, necessary, unnecessary, simple, okay, creative, destructive, triumph, jit, 5, defeat, less, more, obvious ਹੁੰਦਾ ਜਿਹੜਾ clear ਹੋਵੇ एंड ਜਿਹੜਾ obvious ਦਾ ਨੰਬਰ ਹੈਗਾ ਜੀ 7, ਜਿਹੜਾ unclear ਹੈ ਉਹਦਾ उल्ट हो गया। सो अल्टीमेट, अखीरला, इनिशियल, मुढ़ला, जस्टिस 9, जस्टिस, इनजस्टिस, इम्प्रूवमेंट, डिटेरियोरेशन, एक्साइटिंग,
लास्ट आएगा साढ़े कोल डल। सो ये सी तुसीं एक बार फिर वेख लो ध्यान नाल, जिहड़े इन्हां दे करने आ मैचिंग करनी, मैं नंबर इधर दे ला दिते आ, ए दे मार्किंग करके बी नाल उन्होंने मैंशन कर दिता ताकि तुहानूं सौखा रहे। सो नैक्सट है कहते लुक एट द इटैलीसाइज्ड वर्ड्स, जिहड़े इटैलीयन टेढ़े करके वर्ड्स लिखे उन्होंने वाले वेखो। ओवरहेलमिंग, ओवर एम्फेसाइज्ड, वर्ड शैटरिंग, ब्रीथ टेकिंग। सो दीज आर द पेयर्स ऑफ टू वर्ड्स। कहते आ दीज आर कंपाउंड वर्ड्स, ये कंपाउंड वर्ड्स ने, ये दो वर्ड्स जिहड़े सिंपल वर्ड उन्होंने जोड़ के बनाए ने। सो कहते आपां की करना कि प्रीफिक्स ते सफिक्स ला के नवे वर्ड जिहड़े चूज क्रिएट करने ने। किहड़े लाने ने? प्रीफिक्स लावांगे असीं ओवर जां अंडर, ठीक है जी। इन्हों प्रीफिक्स जां सफिक्स के तौर पर असीं यूज़ करना। सो आपां देखते हैं किहड़े किहड़े हो सकते हैं। ओवरकम, मैं थोड़ी हिंट दे देना, ओ भी लिख देना, ओ भी यार ओके। अंडरलाइन, किसी चीज़ को अंडरलाइन करना, यू लिखता। एस्टीमेट, किसी को आप ओवर एस्टीमेट करना कर सकते हैं या अंडर एस्टीमेट कर सकते। सो इत्थे ओवर तो अंडर दोवें आउणगे। स्टेटमेंट, स्टेटमेंट भी ओवर तो अंडर आएगी। करंट, अंडर करंट। आर्म, ओवर भी आएगा अंडर भी आएगा। डू, ओवर डू। अंडरग्राउंड, पुल ओवर, ओवर एज, अंडर एज, अंडर पैंट्स, ओवर चार्ज, अंडर चार्ज भी आ सकता। सो ये साडे कोल कुछ नवे वर्ड्स आ गए, असी उन्होंने प्रीफिक्स या सफिक्स लगा के नवे वर्ड जोड़े क्रिएट कर ले। सो साडी वोकैबलरी दे विच होर इजाफा हो गया। सो नैक्सट इज़ रीराइट द फॉलोइंग इन डायरैक्ट स्पीच। डायरैक्ट स्पीच, डायरैक्ट स्पीच बच्चों ये तुहाडे कापी ते करने वाला काम आ। सो मैं इत्थे नहीं करावांगा क्योंकि काफ़ी लंबा चौड़ा काम आ, ठीक है जी। ये हैगा डायरैक्ट इनडायरैक्ट, जिहड़ा असीं नरेशन करते हैं उन्होंने जिहड़ा बनाउणा वा सिंपल जिहड़ी उन्होंने दे दी सानू इनडायरैक्ट स्पीच दे दी। इहनूं डायरैक्ट दे विच जिहड़े इनवर्टड कॉमास ने उहदे विच बनाउणा तुसीं इहनूं अपने तौर पर कोशिश कर लिओ, क्योंकि आपां इस वीडियो लैक्चर दे विच इहनूं नहीं बना सकते बिना बोर्ड तो। सो इहनूं मैं इत्थे छुड़ा रहा। सो नैक्सट इज़ चेंज द वॉइस। जिहड़ी वॉइस है इनू चेंज करना आपां। सो ये आपां करदे आ, मैं बोल के दस देना तां जो तुसीं इनू लिख लो, क्योंकि लंबा चौड़ा काम नहीं लगता मैनू। ही हैज़ पासड द एग्जामीनेशन। द एग्जामीनेशन दिस इज़ ऑब्जेक्ट, नाउ इनू आपां सबजैक्ट बनावांगे। द एग्जामीनेशन हैज़ बीन, द एग्जामीनेशन हैज़ बीन पासड बाय। ही ने काहदे चेंज हो जाना? हिम दे विच, बाय हिम। वॉइस चेंज करने आपां। यू मस्ट स्पीक द ट्रुथ। द ट्रुथ इज़ ऑब्जेक्ट, ये हुण सबजैक्ट आ जाएगा। द ट्रुथ मस्ट बी स्पीक। जदों भी वॉइस नूं असीं पैसिव दे विच करना, सारियां चीज़ां ते बदल जाणगीਆਂ, पर एक चीज़ कभी नहीं बदलनी, वो है वॉइस। इहदी जिहड़ी वर्ब आ उहदी फॉर्म वो हमेशा थर्ड ही लगनी। किसी वॉइस दे विच भी पैसिव दे विच जाके उहदी वर्ब की जिहड़ी फॉर्म है वो थर्ड ही लगनी। सो द ट्रुथ मस्ट बी स्पोकन बाय यू, बाय यू। जिहड़ा सबजैक्ट सीगा वो हुण ऑब्जेक्ट बन गया। बिल्कुल तुहानूं दस्सिया अगे भी। यू शुड फॉलो योर अंकल्स एडवाइस। सो इत्थे साडा सबजैक्ट है यूअर अंकल्स एडवाइस। योर अंकल्स एडवाइस शुड बी
बी फॉलोड वर्ब की थर्ड फॉर्म ला के बाय यू, बाय यू। शी कैन सिंग ए सॉन्ग नाउ, ए सॉन्ग दिस इज सबजैक्ट, ये ऑबजैक्ट इन्हूं आपां सबजैक्ट बना लेना क्योंकि वॉइस चेंज करते आपां ऑबजैक्ट नूं सबजैक्ट, सबजैक्ट नूं जिहड़ा ऑबजैक्ट बनाउने आ वर्ब की थर्ड फॉर्म यूज़ करते हैं, सारा पता आपां नूं। ए सॉन्ग कैन बी सिंग जिहड़ा इहदी वर्ब की थर्ड फॉर्म संग, ए सॉन्ग कैन बी संग बाय हर, बाय हर अगे जाके तुसीं लास्ट ते नो ला देना। राम विल पास द टेस्ट, द टेस्ट दिस इज नाउ दिस इज आवर सब्जेक्ट, द टेस्ट विल बी पास्ट वर्ब की थर्ड फॉर्म, पास नाल पास्ट ला देना, द टेस्ट विल बी पास्ड बाय राम। वाई डिड यू अब्यूज़ हिम, थोड़ा जिहा ध्यान देने वाली गल आ। वाई डिड यू अब्यूज़ हिम, ये भी सेंटेंस वाई दे नाल ही शुरू होना, वाई ही, हिम ने ही दे विच आ जाना। सो डिड तो पता लगता है कि पास्ट टेंस है। वाई वाज ही, वाई वाज ही abused, abused verb the third form, why was he abused by you, sign of interrogation। I have to do it, it has, it ਦੇ ਨਾਲ has, it has to be done, do the third form done by me, by me। ना समझ लगे तो वीडियो ਨੂੰ हमेशा बार बार रीप्ले करके वेखो ਤਾਂ जो ਤੁਹਾਨੂੰ क्लीयर हो जाए। he will be arrested soon, there is subject, their subject is omitted, by अरेस्ट हमेशा पुलिस कर दी है, सो बाय द पुलिस इत्थे आपां ला लेना, बाय द पुलिस अज्यूम कर लेना। सो बाय द पुलिस क्योंकि सबजैक्ट ऑबजैक्ट आ गया इहनूं आपां बना लेना जी सबजैक्ट, ऑबजैक्ट नूं सबजैक्ट। द पुलिस विल, ए दिस इज नॉट पैसिव वॉइस, दिस इज एक्टिव वॉइस। सो सब तो पहला जो असीं वॉइस चेंज करनी है सानू पता होना चाहिए कि पुछया कि गया, क्वेश्चन सानू किया गया कि वॉइस चेंज करो, इसका मतलब कि एक्टिव नूं पैसिव कर दो, परंतु जे पैसिव है तो उन्होंने एक्टिव कर दो। सारी वॉइस पैसिव नहीं करनी क्योंकि जेकर कोई पैसिव है तो फिर उन्होंने एक्टिव कर दो। सो दिस इज द सेंटेंस ऑफ एक्टिव पैसिव वॉइस। सो इनू आपां पैसिव नूं एक्टिव दे विच करांगे। द पुलिस विल अरेस्ट हिम, जिहड़ा ये सबजैक्ट बनाया इन्हें जाके ऑबजैक्ट बन जाना। सो की बनेगा, द पुलिस विल अरेस्ट हिम, जिहड़ी वर्ब थर्ड फॉर्म यूज़ की गई है ये फस्ट हो जानी जाके क्योंकि एक्टिव बन जानी है। शी कैन नॉट टेल ए लाई, ए लाई कैन नॉट बी टोल्ड, टेल दी थर्ड फॉर्म टोल्ड बाय हर, by her। This must be accepted, again passive voice, this must be accepted by you, by him, by राम श्याम कोई भी ला लो, आप by him ला लेने क्योंकि ऑबजैक्ट जिहड़ा ओमिटेड है विच है नहीं है। सो इनू जो असी एक्टिव करांगे हिम ने कद चेंज हो जाना, कन्वर्ट हो जाना, ही
ਮਸਟ ਐਕਸੈਪਟ ਵਰਬ ਦੀ ਥਰਡ ਫਾਰਮ ਦੀ ਥਾਂ ਤੇ ਫਸਟ ਲੱਗੀ ਹੀ ਮਸਟ ਐਕਸੈਪਟ ਦਿਸ ਹੀ ਹਿਮ ਨੇ ਹੀ ਚ ਆ ਗਿਆ ਹੀ ਮਸਟ ਐਕਸੈਪਟ ਦਿਸ ਸੋ ਇਹ ਸੀ ਸਟੂਡੈਂਟਸ ਜਿਹੜੀ ਆਪਣੀ ਵੋਇਸ ਚੇਂਜ ਕਰਨ ਦਾ ਸੈਕਸ਼ਨ ਸੀਗਾ ਉਹਨੂੰ ਆਪਾਂ ਕੀਤਾ ਤੁਸੀਂ ਅਗੇਨ ਇਹਨੂੰ ਕਰ ਸਕਦੇ ਹੋ ਆਪਣੇ ਤੌਰ ਤੇ ਕੋਸ਼ਿਸ਼ ਕਰਨੀ ਆ ਨੋਟਬੁੱਕਸ ਦੇ ਉੱਪਰ ਜ਼ਰੂਰ ਕੰਮ ਕਰਨਾ ਸਾਰੇ ਬਹੁਤ ਸਾਰੇ ਬੱਚੇ ਜਿਹੜੇ ਆ ਵੀਡੀਓ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਕੋਲ ਆਪਣੇ ਕਾਪੀ ਪੈਨ ਨੋਟਬੁੱਕ ਕੁਛ ਨਹੀਂ ਰੱਖਦੇ ਕਦੇ ਵੀ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਕੁਛ ਵੀ ਸਿੱਖ ਨਹੀਂ ਸਕੋਗੇ ਜਦ ਤੱਕ ਕਿਉਂਕਿ ਜਦੋਂ ਵੀ ਤੁਸੀਂ ਸ਼ੁਰੂ ਕਰਨਾ ਲੈਕਚਰ ਹਮੇਸ਼ਾ ਤੁਹਾਡੇ ਕੋਲ ਨੋਟਬੁੱਕ ਤੇ ਪੈਨ ਦਾ ਹੋਣਾ ਜ਼ਰੂਰੀ ਹੈ ਸੋ ਉਹ ਜ਼ਰੂਰੀ ਰੱਖਿਆ ਕਰੋ ਸੋ ਇਹ ਆਪਾਂ ਸੈਂਟੈਂਸ ਥੋੜ੍ਹੇ ਜਿਹੇ ਕਰਦੇ ਹਾਂ ਬੀ ਗੋਇੰਗ ਟੂ ਬੀ ਦੀ ਫਾਰਮ ਕਿਹੜੀ ਲੱਗਣੀ ਹੈ ਇਜ਼ ਐਮ ਆਰ ਲੱਗਣੀ ਕਿਹੜੀ ਲੱਗਣੀ ਉਹ ਆਪਾਂ ਦੇਖਦੇ ਹਾਂ ਨਾਲ ਆਪਾਂ ਗੋਇੰਗ ਟੂ ਲਾਉਣਾ ਠੀਕ ਹੈ ਜੀ ਗੋਇੰਗ ਟੂ ਲਾ ਕੇ ਇਹਨਾਂ ਸੈਂਟੈਂਸਿਸ ਦੀ ਜਿਹੜੀ ਇਹ ਦਿੱਤੀ ਹੈਗੀ ਆ ਵਰਬ ਵਿੱਚ ਇਹਨੂੰ ਅਪਰੋਪਰੀਏਟ ਤਰੀਕੇ ਨਾਲ ਯੂਜ਼ ਕਰਨਾ ਸੋ ਦੇਖਦੇ ਹਾਂ ਕਿਵੇਂ ਉਹਨਾਂ ਐਗਜ਼ਾਮਪਲ ਦਿੱਤੀ ਕਹਿੰਦੇ ਯੂ ਆਰ ਗੋਇੰਗ ਟੂ ਮਿਸ ਯੂਰ ਬੱਸ ਤੁਸੀਂ ਬੱਸ ਮਿਸ ਕਰਨ ਜਾ ਰਹੇ ਹੋ ਮਤਲਬ ਤੁਸੀਂ ਬੱਸ ਮਿਸ ਕਰ ਲਵੋਗੇ ਦ ਮੈਨ ਵਿਦ ਦ ਬ੍ਰਿਕ ਇਨ ਹਿਜ਼ ਹੈਂਡ ਥਰੋ ਇਹ ਥਾਂ ਆਏਗਾ ਦ ਮੈਨ ਵਿਦ ਦ ਬ੍ਰਿਕ ਇਨ ਹਿਜ਼ ਹੈਂਡ ਇਜ਼ ਗੋਇੰਗ ਟੂ ਥਰੋ ਐਟ ਦ ਡੌਗ ਵੀ ਆਰ ਵੇਅਰਿੰਗ ਰੈਡ ਕਲੋਥਸ ਐਂਡ ਦ ਬੁੱਲ ਇਜ਼ ਗੋਇੰਗ ਟੂ ਅਟੈਕ ਅਸ I am not going to sleep. I am not going to sleep in this room. It is dirty. Due to some technical fault, the aeroplane is going to crash. They are going to make a lot of money out of this deal. So, ਇਹ ਕੁਝ sentences ਸੀ ਜਿਹਦੇ ਵਿੱਚ ਅਸੀਂ ਗੋਇੰਗ ਟੂ ਬੀ ਗੋਇੰਗ ਟੂ ਲਾ ਕੇ ਨੂੰ ਬਣਾਇਆ ਆਪਾਂ ਵੈਸੇ ਇਹੋ ਜਿਹੇ ਸੈਂਟੈਂਸ ਜਿਹੜੇ ਹੁੰਦੇ ਨੇ ਵੇਖਣ ਨੂੰ ਸਾਨੂੰ ਪ੍ਰੈਜ਼ੈਂਟ ਕੰਟੀਨਿਊਸ ਲੱਗਦੇ ਆ ਪਰੰਤੂ ਐਕਚੁਅਲ 'ਚ ਇਹਨਾਂ ਦੀ ਜਿਹੜੀ ਸੈਂਸ ਜਿਹੜੀ ਆ ਉਹ ਫਿਊਚਰ ਦੇ ਵਿੱਚ ਹੁੰਦੀ ਆ ਸਾਨੂੰ ਫਿਊਚਰ ਦੀ ਜਿਹੜੀ ਉਹ ਭਾਵਨਾ ਉਹਦੇ ਇਹਨਾਂ ਸੈਂਟੈਂਸ ਦੇ ਵਿੱਚੋਂ ਦਿਸ ਰਹੀ ਹੁੰਦੀ ਆ ਹਾਂ ਅਗੇਨ ਆਈ ਐਮ ਗੋਇੰਗ ਟੂ collect my new dress this evening ਇਸ ਸ਼ਾਮ ਨੂੰ ਮੈਂ ਨਵੀਂ ਡਰੈਸ ਲੈਣ ਜਾ ਰਿਹਾ ਹੋਵਾਂਗਾ I have reminded you once I am not going to do it again he is going to smuggle this gold out of the country look at the clouds it is going to rain so is going to rain is going to are going to am going to ਸਿਰਫ ਅਸੀਂ ਇਹਨਾਂ ਹੀ ਵਰਡਸ ਦੀ ਵਰਤੋਂ ਕੀਤੀ ਆ ਤੇ ਸਾਡੀ ਜਿਹੜੀ ਐਕਸਰਸਾਈਜ਼ ਕੰਪਲੀਟ ਹੋ ਗਈ ਕਿੱਥੇ ਕੀਤੀ ਆ ਬਿਲਕੁਲ ਤੁਹਾਨੂੰ ਪਤਾ ਲੱਗ ਗਿਆ ਉਹਨੂੰ ਤੁਸੀਂ ਅੰਡਰਸਟੈਂਡ ਕਰਨਾ ਸੋ ਲਾਸਟ ਜਿਹੜਾ ਤੁਹਾਡੇ ਸਾਰਿਆਂ ਦੇ ਕਰਨ ਵਾਲਾ ਟਾਸਕ ਆ ਉਹ ਮੈਂ ਜ਼ਰੂਰ ਤੁਹਾਨੂੰ ਦੱਸ ਦਿਆਂ ਇੱਥੇ ਆਪਣੀ ਐਕਸਰਸਾਈਜ਼ ਜਿਹੜੀ ਨੂੰ ਆਪਾਂ ਸਮਾਪਤ ਕਰਾਂਗੇ ਇਸ ਤੋਂ ਬਾਅਦ ਸਿੰਪਲ ਤੁਸੀਂ ਕੀ ਕਰਨਾ ਤਿੰਨਾਂ ਵਿੱਚੋਂ ਇੱਕ ਟੌਪਿਕ 'ਤੇ ਲਿਖਣਾ ਸਾਰਿਆਂ ਨੇ ਕੋਈ ਵੀ ਜਿਹੜਾ ਤੁਹਾਨੂੰ ਠੀਕ ਲੱਗਦਾ ਸਾਇੰਸ ਐਂਡ ਹਿਊਮਨ ਹੈਪੀਨੈਸ ਸਾਇੰਸ ਤੇ ਇਨਸਾਨ ਦੀ ਖੁਸ਼ੀ ਇਸ ਵਿਸ਼ੇ 'ਤੇ ਗੱਲ ਕਰਨੀ ਹੈ ਇੰਗਲਿਸ਼ ਦੇ ਵਿੱਚ ਲਿਖਣਾ ਬਕਾਇਦਾ ਐਡਵਾਂਟੇਜ ਐਂਡ ਡਿਸਐਡਵਾਂਟੇਜਸ ਆਫ ਸਾਇੰਸ ਫਾਇਦੇ ਅਤੇ ਨੁਕਸਾਨ ਸਾਇੰਸ ਦੇ ਕੀ ਆ ਥਰਡ ਹੈ ਯੂਅਰ ਆਈਡੀਆ ਆਫ ਹੈਪੀਨੈਸ ਖੁਸ਼ੀ ਦੇ ਲਈ ਜਿਹੜਾ ਤੁਹਾਡਾ ਕੋਈ ਆਈਡੀਆ ਵਾ ਉਹ ਤੁਸੀਂ ਦੱਸਣਾ ਆਪਣਾ ਸੋ ਇੱਥੇ ਅਸੀਂ ਅੱਜ ਦੀ ਆਪਣੀ ਐਕਸਰਸਾਈਜ਼ ਨੂੰ ਸਮਾਪਤ ਕਰਦੇ ਹਾਂ ਅਗਰ ਤੁਹਾਨੂੰ ਇਹ ਸਾਡਾ ਵੀਡੀਓ ਲੈਕਚਰ ਜਿਹੜਾ ਅੱਛਾ ਲੱਗਾ ਹੋਵੇ ਲਾਈਕ ਵੀ ਕਰਿਓ ਫਾਰਵਰਡ ਵੀ ਕਰਿਓ ਸ਼ੇਅਰ ਵੀ ਕਰਿਓ ਥੈਂਕ ਯੂ ਸੋ ਮਚ